कैंपस प्रोग्राम 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸੰਤ ਮੀਆਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ ਅਤੇ ਕਨਵੈਂਟ ਸਕੂਲ ਰਾਜਿਆਣਾ। ਸੰਤ ਮੀਆਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ ਰਾਜਿਆਣਾ ਮੋਗਾ ਵਿਖੇ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਅੰਗਰੇਜ਼ੀ ਤੇ ਪੰਜਾਬੀ ਮੀਡੀਅਮ ਦੇ ਵਿੱਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ ਦੀਆਂ ਸਟਰੀਮਸ ਹਨ। ਇੱਥੋਂ ਦਾ ਵਾਤਾਵਰਣ ਬੇहद ਖੂਬਸੂਰਤ, ਹਰਿਆਵਲ ਭਰਪੂਰ ਤੇ ਸਾਫ਼ ਸੁਥਰਾ ਹੈ। ਸਾਡੀ ਟੀਮ ਨੇ ਸੰਤ ਮੀਆਂ ਸਿੰਘ ਰਾਜਾ ਪੀਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਸਕੂਲ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੰਤ ਮੀਆਂ ਸਿੰਘ ਕਨਵੈਂਟ ਸਕੂਲ ਦੀ ਪ੍ਰਿੰਸੀਪਲ ਮੈਡਮ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਬੇहद ਵਧੀਆ ਤਰੀਕੇ ਦੇ ਨਾਲ ਇਸ ਸਕੂਲ ਬਾਰੇ ਜਾਣਕਾਰੀ ਦਿੱਤੀ। ਇਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਇਸ ਸਕੂਲ ਨੇ ਆਨਲਾਈਨ ਕਲਾਸਿਸ ਦੇ ਰਾਹੀਂ ਬੱਚਿਆਂ ਨਾਲ ਸੰਪਰਕ ਬਣਾਏ ਰੱਖਿਆ। ਕਰੋਨਾ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਬਾਅਦ ਬਹੁਤ ਹੀ ਹੁਮਾ ਕੇ ਬੱਚੇ ਸਕੂਲਸ 'ਚ ਵਾਪਸ ਆ ਰਹੇ ਨੇ। ਛੋਟੇ ਬੱਚਿਆਂ ਨੂੰ ਪੜ੍ਹਾਈ ਦੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਨਵੀਆਂ ਟੈਕਨੀਕਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਇੰਟਰਸਟਿੰਗ ਬਣਾਇਆ ਜਾ ਰਿਹਾ ਹੈ। ਆਓ ਚੱਲਦੇ ਹਾਂ ਸੰਤ ਮੀਆਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ ਅਤੇ ਕਨਵੈਂਟ ਸਕੂਲ ਰਾਜਿਆਣਾ। ਪੰਜਾਬ ਪਲੱਸ ਦੇ ਕੈਂਪਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੇ ਦਾਨੀ ਉਸ ਸੰਸਥਾ ਦੇ ਕੋਲ, ਜਿਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਉੱਚ ਕੋਟੀ ਦੀ ਸਿੱਖਿਆ ਦੇ ਕੇ ਅੱਜ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਥਾਵਾਂ ਦੇ ਉੱਤੇ ਉਹ ਸੈੱਟ ਨੇ। ਸਾਡੀ ਮੁਰਾਦ ਹੈ ਸੰਤ ਮੀਆਂ ਸਿੰਘ ਕਨਵੈਂਟ ਸਕੂਲ ਐਂਡ ਸੰਤ ਮੀਆਂ ਸਿੰਘ ਸੀਨੀਅਰ ਸੈਕੰਡਰੀ ਸਕੂਲ, ਦੋਨੇ ਸਕੂਲ ਜਿਹੜੇ ਕਿ ਵਿੱਦਿਆ ਦੇ ਦਾਨੀ ਨੇ। ਅਸੀਂ ਪ੍ਰਿੰਸੀਪਲ ਸਰ ਨਾਲ ਗੱਲ ਕਰ ਰਹੇ ਹਾਂ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਪਹਿਲਾਂ, ਜਿਨ੍ਹਾਂ ਨੇ ਇੱਕ ਮਿਸ਼ਨ ਬਣਾਇਆ ਆਪਣੇ ਮਾਈਂਡ ਦੇ ਵਿੱਚ ਕਿ ਅਸੀਂ ਆਪਣੀ ਸੇਵਾ ਜਿਹੜੀ ਹੈਗੀ ਹੈ ਸਕੂਲ 'ਚ ਦੇ ਕੇ ਬੱਚਿਆਂ ਨੂੰ ਹਾਇਰ ਤੋਂ ਹਾਇਰ ਲੈਵਲ 'ਤੇ ਲੈ ਕੇ ਜਾਵਾਂਗੇ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਪ੍ਰਿੰਸੀਪਲ ਸਾਹਿਬ, ਜਿਸ ਤਰੀਕੇ ਦੇ ਨਾਲ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਲੋਕ ਆਕਸੀਜਨ ਕਰਦੇ ਰਹੇ, ਔਰ ਅਸੀਂ ਦੇਖ ਰਹੇ ਹਾਂ ਕਿ ਇੱਥੇ ਆ ਕੇ ਤਾਂ ਬੰਦਾ ਘੰਟਾ ਡੇਢ ਘੰਟਾ ਵੈਸੇ ਹੀ ਬੈਠ ਜਾਵੇ, ਤੁਹਾਡੇ ਸਕੂਲ ਦੇ ਵਿੱਚ ਤਾਂ ਆਕਸੀਜਨ ਤਾਂ ਉਹਦੀ ਪੂਰੀ ਹੁੰਦੀ ਹੈ। ਕੀ ਕਹਿਣਾ ਚਾਹੋਗੇ ਕਿ ਇਹ ਗ੍ਰੀਨਰੀ ਜਿਹੜੀ ਹੈਗੀ ਆ ਇਹ ਇਸ ਕਰਕੇ ਹੀ ਲਗਾਈ ਗਈ ਉਸ ਟਾਈਮ 'ਤੇ ਸੋਚਦੇ ਹੋਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਕਸੀਜਨ ਵੀ ਵਿਕਣ ਲੱਗ ਜੂ? ਹਾਂ, ਬਿਲਕੁਲ ਸਰ। ਜੇ ਸਾਡੇ ਸਕੂਲ ਦੇ ਤੁਸੀਂ ਦੇਖਦੇ ਆ ਵਾਤਾਵਰਨ, ਆਪਾਂ ਕਹਿ ਸਕਦੇ ਸਕੂਲ ਦਾ ਬਹੁਤ ਘੱਟ ਸਕੂਲਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਦੇਖਣ ਨਹੀਂ ਮਿਲੇਗਾ। ਕਰੋਨਾ ਕਾਲ ਦੇ ਵਿੱਚ ਬੜੀ ਸਮੱਸਿਆ ਆਈ ਲੋਕਾਂ ਨੂੰ ਆਕਸੀਜਨ ਦੀ, ਪਰ ਅਸੀਂ ਖੁਸ਼ਕਿਸਮਤ ਹਾਂ ਜਦੋਂ ਇੱਥੇ ਆ ਕੇ ਬੈਠਦੇ ਰਹੇ ਹਾਂ। ਕਰੋਨਾ ਕਾਲ ਦੇ ਦੌਰਾਨ ਵੀ ਜਿੰਨਾ ਸਮਾਂ ਸਕੂਲ ਖੁੱਲ੍ਹਦੇ ਰਹੇ ਆ, ਸਾਨੂੰ ਇਸ ਤਰ੍ਹਾਂ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਬਾਕੀ ਇਸ ਤਰ੍ਹਾਂ ਦੀ ਗ੍ਰੀਨਰੀ ਦੇਖ ਕੇ ਆਪਾਂ ਦੇਖਦੇ ਹਾਂ ਸਕੂਲ ਵੈਸੇ ਹੀ ਸੋਹਣਾ ਲੱਗਦਾ। ਅਤੇ ਸਾਡੇ ਚੇਅਰਮੈਨ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਰਾਜਿਆਣਾ ਇਸ ਏਮ ਨੂੰ ਲੈ ਕੇ ਚੱਲੇ ਸੀ। ਹੁਣ ਵੀ ਇਸ ਚੀਜ਼ ਦੇ ਉੱਪਰ ਕਾਫੀ ਕੰਮ ਕਰ ਰਹੇ ਆ ਵੀ ਪਿੰਡ ਰਾਜਿਆਣਾ ਜਾਂ ਸਕੂਲ ਜਾਂ ਆਲੇ ਦੁਆਲੇ ਦੇ ਵਿੱਚ ਦਰੱਖਤ ਵੱਧ ਤੋਂ ਵੱਧ ਲਗਾਏ ਜਾਣ, ਕਿਉਂਕਿ ਦਰੱਖਤਾਂ ਦਾ ਜੋ ਮਹੱਤਵ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੈ ਉਹ ਹੋਰ ਆਪਾਂ ਕਹਿ ਸਕਦੇ ਕਿਸੇ ਚੀਜ਼ ਦਾ ਇੰਨਾ ਜ਼ਿਆਦਾ ਨਹੀਂ ਹੋਏਗਾ। ਆਕਸੀਜਨ ਦੀ ਕਮੀ ਦੂਰ ਕਰਦੇ ਆ, ਆਲਾ ਦੁਆਲਾ ਸਾਡਾ ਦੇਖਣ ਨੂੰ ਸੋਹਣਾ ਲੱਗਦਾ ਇਹਦੇ ਨਾਲ। ਜਾਂ ਆਪਾਂ ਜਿਵੇਂ ਪੁਰਾਤਨ ਕਾਲ ਦੇ ਵਿੱਚ ਕਹਿੰਦੇ ਸੀ ਦਰੱਖਤ ਵਰਖਾ ਲਿਆਉਣ ਵਿੱਚ ਵੀ ਸਹਾਇਤਾ ਕਰਦੇ ਆ, ਵੀ ਕਾਫੀ ਮਹੱਤਵ ਹੋਣ ਕਰਕੇ ਹੀ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ। ਉਹ ਪੁਰਾਣੇ ਸਮੇਂ ਦੇ ਵਿੱਚ ਕਿਸੇ ਨੇ ਸੋਚਿਆ ਨਹੀਂ ਸੀ ਵੀ ਆਹ ਸਮਾਂ ਆਏਗਾ ਜਦੋਂ ਸਾਡੇ ਲਈ ਆਕਸੀਜਨ ਵੀ ਵਿਕੇਗੀ, ਪਰ ਅਸੀਂ ਖੁਸ਼ਕਿਸਮਤ ਆ ਸਾਨੂੰ ਸਿਲੰਡਰ ਵਗੈਰਾ ਨਹੀਂ ਖਰੀਦਣੇ ਪਏ, ਕਿਉਂਕਿ ਸਾਡੇ ਸਕੂਲ ਦੇ ਵਿੱਚ ਹੀ ਬੜੀ ਵਧੀਆ ਸ਼ਾਨਦਾਰ ਗ੍ਰੀਨਰੀ ਹੈਗੀ ਜਿਹੜੀ ਉਹਦਾ ਅਰੇਂਜਮੈਂਟ ਕੀਤਾ ਹੋਇਆ। ਪ੍ਰਿੰਸੀਪਲ ਸਾਹਿਬ, ਕਰੋਨਾ ਦੇ ਐਪੀਡੈਮਿਕ ਦੇ ਵਿੱਚ ਆਮ ਤੌਰ 'ਤੇ ਸਕੂਲਸ ਆ ਜਿਹੜੇ ਉਹ ਬਹੁਤ ਬੈਕਫੁੱਟ 'ਤੇ ਚਲੇ ਗਏ, ਲੇਕਿਨ ਇਸ ਵਿੱਦਿਆ ਦਾ ਦਾਨੀ ਸਕੂਲ ਜਿਹਨੇ ਆਨਲਾਈਨ ਸਟੱਡੀ ਤੁਹਾਡੇ ਲਈ ਕੋਈ ਨਵੀਂ ਚੀਜ਼ ਨਹੀਂ ਸੀ। ਤੁਸੀਂ ਪਹਿਲਾਂ ਹੀ ਗਾਈਡ ਕੀਤਾ ਸੀ ਕਿ ਆਪਣੇ ਟੀਚਰਸ ਨੂੰ, ਔਰ ਗਾਈਡ ਕਰਕੇ ਟੀਚਰਸ ਦੇ ਮਾਈਂਡ ਸੈਟਅਪ ਨੂੰ ਉਸ ਤਰੀਕੇ ਨਾਲ ਬਣਾਇਆ ਸੀਗਾ ਜਿਸ ਤਰੀਕੇ ਦੇ ਨਾਲ ਕਿ ਉਹ ਬੱਚਿਆਂ ਦਾ ਨੁਕਸਾਨ ਨਾ ਹੋਣ ਦੇਣ ਪੜ੍ਹਾਈ ਦਾ, ਔਰ ਉਹਦੇ ਨਾਲ ਉੱਭਰ ਨਾ ਦੇਣ। ਈਵਨ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਵੀ ਤੁਸੀਂ ਆਨਲਾਈਨ ਕਰਾਉਂਦੇ ਰਹੇ, ਔਰ ਬੱਚਿਆਂ ਨੂੰ ਉੱਭਰ ਨਹੀਂ ਦਿੱਤਾ ਗਿਆ, ਔਰ ਬੱਚਿਆਂ ਦੇ ਨਾਲ ਮਤਲਬ ਇੱਕ ਤਰ੍ਹਾਂ ਦਾ ਇੱਕ ਨਾਤਾ ਜਿਹੜਾ ਹੈਗਾ ਬਣਾਈ ਰੱਖਿਆ, ਔਰ ਤੁਹਾਡੇ ਟੀਚਰਸ ਨੇ ਵੀ ਬੜਾ ਸਾਥ ਦਿੱਤਾ, ਔਰ ਤੁਹਾਡੀ ਮੈਨੇਜਮੈਂਟ ਜਿਹਨੇ ਉਸ ਕਰੋਨਾ ਦੇ ਕਾਲ ਦੇ ਵਿੱਚ ਵੀ ਟੀਚਰਾਂ ਨੂੰ ਬਹੁਤ ਪਿਆਰ ਦੇ ਨਾਲ ਐਡਜਸਟ ਕਰਕੇ ਜਿੱਦਾਂ ਸੈਟਿੰਗ ਹੋਈ ਉੱਦਾਂ ਕਰਕੇ, ਪਰ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਕਿ ਉਸ ਕਰੋਨਾ ਕਾਲ ਦੇ ਦੌਰਾਨ 2 ਸਾਲਾਂ ਦੇ ਦੌਰਾਨ ਜਿਹੜੇ ਟੀਚਰ ਜਾਂ ਸਕੂਲ ਛੱਡ ਕੇ ਚਲੇ ਜਾਣ ਜਾਂ ਪੀਐਨ ਛੱਡ ਕੇ ਚਲੇ ਜਾਣ। ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਹਰੇਕ ਬੰਦੇ ਨੂੰ ਪੈਸੀਫਾਈ ਕਰਨ ਦੀ। ਬਿਲਕੁਲ ਸਰ, ਅਸੀਂ ਸਹਿਮਤ ਇਸ ਚੀਜ਼ ਦੇ ਨਾਲ, ਕਿਉਂਕਿ ਆਪਾਂ ਦੇਖਿਆ ਵੀ ਇਸ ਸਮੇਂ ਦੇ ਦੌਰਾਨ ਬੜਾ ਇੱਕ ਮਾੜਾ ਸਮਾਂ, ਇੱਕ ਮਹਾਮਾਰੀ ਦਾ ਸਮਾਂ ਆਪਾਂ ਕਹਿ ਸਕਦੇ ਹਾਂ। ਹਰੇਕ ਵਰਗ ਦੇ ਉੱਪਰ ਇਹਦਾ ਅਸਰ ਹੋਇਆ, ਖਾਸ ਕਰਕੇ ਸਕੂਲ ਐਜੂਕੇਸ਼ਨ ਹੈ ਜਿਹੜੀ ਉਹਦੇ ਉੱਪਰ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪਿਆ ਇਸ ਚੀਜ਼ ਦੇ, ਕਿਉਂਕਿ ਬੱਚੇ ਲਗਭਗ 2 ਸਾਲ ਤੋਂ ਐਜੂਕੇਸ਼ਨ ਤੋਂ ਅਨਟੱਚ ਹੋ ਚੁੱਕੇ ਆ। ਜਾਂ ਆਪਾਂ ਸਟਾਫ ਦੀ ਗੱਲ ਕਰੀਏ, ਜੇਕਰ ਬਹੁਤ ਸਾਰੇ ਆਪਾਂ ਸਕੂਲ ਜਾਂ ਹੋਰ ਸੰਸਥਾਵਾਂ ਦੇਖਦੇ ਹਾਂ ਜਿੱਥੋਂ ਸਟਾਫ ਹੈ ਜਿਹੜਾ ਸੈਲਰੀਜ਼ ਵਗੈਰਾ ਨਾ ਮਿਲਣ ਕਰਕੇ ਹਟ ਚੁੱਕਾ, ਪਰ ਅਸੀਂ ਖੁਸ਼ਕਿਸਮਤ ਹਾਂ ਸਾਡੀ ਮੈਨੇਜਮੈਂਟ ਸਾਡਾ ਪੂਰਾ ਸਾਥ ਦੇ ਰਹੀ ਆ, ਸਟਾਫ ਨੇ ਪੂਰਾ ਸਾਥ ਦਿੱਤਾ। ਕਿਸੇ ਵੀ ਅਧਿਆਪਕ ਦੀ ਅਸੀਂ ਤਨਖਾਹ ਨਹੀਂ ਰੋਕੀ, ਕਿਸੇ ਵੀ ਅਧਿਆਪਕ ਨੂੰ ਸਕੂਲ ਦੇ ਵਿੱਚੋਂ ਹਟਾਇਆ ਨਹੀਂ ਗਿਆ। ਪੂਰਨ ਸਹਿਯੋਗ ਸਾਨੂੰ ਅਧਿਆਪਕਾਂ ਦਾ, ਮਾਤਾ ਪਿਤਾ ਦਾ, ਬੱਚਿਆਂ ਦਾ ਮਿਲਦਾ ਰਿਹਾ। ਆਨਲਾਈਨ ਕਲਾਸਾਂ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਐਜੂਕੇਸ਼ਨ ਨੂੰ ਪ੍ਰੋਵਾਈਡ ਕਰਵਾਇਆ, ਕਿਉਂਕਿ ਆਮ ਸਕੂਲਾਂ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਬੱਚੇ ਰੋਂਦੇ ਸਕੂਲ ਜਾਂਦੇ ਆ, ਪਰ ਅਸੀਂ ਖੁਸ਼ਕਿਸਮਤ ਹਾਂ ਵੀ ਸਾਡੇ ਬੱਚੇ ਹੱਸ ਕੇ ਸਕੂਲ ਆਏ ਜੋ ਸਕੂਲ ਖੁੱਲ੍ਹਿਆ। ਇਸ ਦੇ ਨਾਲ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਵੀ ਚਲੋ ਸਕੂਲ ਖੁੱਲ੍ਹਣ ਤੋਂ ਬਾਅਦ ਸਾਡੀ ਮੈਨੇਜਮੈਂਟ ਨੇ ਸਕੂਲ ਦੀ ਐਜੂਕੇਸ਼ਨ ਨੂੰ ਹੋਰ ਵਧੀਆ ਢੰਗ ਤਰੀਕੇ ਨਾਲ ਬਣਾਉਣ ਦੇ ਲਈ
ਸਰਦਾਰ ਕੇਵਲ ਸਿੰਘ ਜੀ ਰਿਟਾਇਰਡ ਟੀਚਰ SST ਹਿੰਦੀ ਰਿਟਾਇਰਡ ਟੀਚਰ, ਉਹਨਾਂ ਨੂੰ ਇੱਕ ਸੁਪਰਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਤਾਂ ਕਿ ਸਕੂਲ ਦੀ ਐਜੂਕੇਸ਼ਨ ਸਾਡੇ ਨਾਲ ਉਹ ਵੀ ਧਿਆਨ ਦੇ ਸਕਣ ਕਿ ਬੱਚਿਆਂ ਨੂੰ ਇੱਕ ਮਿਆਰੀ ਤੇ ਉੱਚ ਕੋਟੀ ਦੀ ਐਜੂਕੇਸ਼ਨ ਅਸੀਂ ਮੁਹੱਈਆ ਕਰਵਾ ਸਕੀਏ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸਰ। ਸਰ ਜਿਸ ਤਰੀਕੇ ਦੇ ਨਾਲ ਮੈਨੇਜਮੈਂਟ ਨੇ ਤੁਹਾਡੇ ਤੇ ਇੱਕ ਬਹੁਤ ਵੱਡਾ ਫੇਥ ਕੀਤਾ ਔਰ ਕਰੋਨਾ ਦੇ ਕਾਲ ਦੇ ਜਦੋਂ ਕਿ ਹਲੇ ਨਿਕਲ ਕੇ ਗਿਆ ਉਸ ਸਮੇਂ ਦੇ ਉੱਪਰ ਤੁਹਾਨੂੰ ਵਿਦਿਆ ਦੀ ਉਹ ਸੰਸਥਾ ਨੇ ਜਿਹਨੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕੀਤੀ ਆ, ਇੱਥੇ ਅੱਜ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ। ਤੁਸੀਂ ਬਹੁਤ ਲੰਬਾ ਸਮਾਂ ਵਿਦਿਆ ਦਾ ਦਾਨ ਦਿੱਤਾ ਔਰ ਰਿਟਾਇਰ ਹੋਏ ਹੋ ਸਰਕਾਰੀ ਸਕੂਲ ਚੋਂ ਗਰਲਸ ਦੇ ਚੋਂ ਬਾਘਾ ਪੁਰਾਣਾ ਵਿਖੇ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗਾ ਜੀ, ਮੈਂ ਪਹਿਲਾਂ ਲਗਭਗ 23 ਸਾਲ ਸਰਕਾਰੀ ਸਰਵਿਸ ਕੀਤੀ ਹੈ। ਉਸ ਤੋਂ ਪਹਿਲਾਂ ਵੀ ਮੈਂ ਇੱਕ ਪ੍ਰਾਈਵੇਟ ਸੰਸਥਾ ਦੇ ਵਿੱਚ ਕੰਮ ਕੀਤਾ ਤੇ ਆਪਣੇ ਚੇਅਰਮੈਨ ਸਾਹਿਬ ਸਰਦਾਰ ਜਗਤਾਰ ਸਿੰਘ ਬਰਾੜ ਜੀ, ਇਹਨਾਂ ਨੂੰ ਪਤਾ ਲੱਗਿਆ ਮੇਰੇ ਬਾਰੇ ਵੀ ਉਹ ਟੀਚਰ ਰਿਟਾਇਰ ਹੋ ਗਏ। ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ, ਕਹਿੰਦੇ ਜੀ ਤੁਸੀਂ ਸਾਡੇ ਸਕੂਲ ਨੂੰ ਸੇਵਾ ਦਿਓ। ਮੈਂ ਕਿਹਾ ਹਾਂਜੀ ਮੈਂ ਜ਼ਰੂਰ ਆਊਂਗਾ, ਕਿਉਂਕਿ ਮੈਂ ਸਰਕਾਰੀ ਸਰਵਿਸ ਤੋਂ ਬਾਅਦ ਵਿਹਲਾ ਸੀ। ਠੀਕ ਹੈ, ਲਗਭਗ ਮੈਂ 4 ਮਹੀਨੇ ਰਿਟਾਇਰ ਹੋਣ ਤੋਂ ਬਾਅਦ ਆਪਣੇ ਪੁਰਾਣੇ ਸਕੂਲ ਹੀ ਹਰ ਰੋਜ਼ ਡੇਲੀ ਜਾਂਦਾ ਰਿਟਾਇਰ ਹੋਣ ਤੋਂ ਬਾਅਦ ਵੀ, ਤੇ ਉਹਨਾਂ ਨੂੰ ਇਸ ਬਾਰੇ ਪਤਾ ਸੀ। ਤੇ ਤੁਹਾਡੀ ਦੂਜੀ ਪਾਰੀ ਅਸੀਂ ਇਹ ਸਮਝੀਏ ਕਿ ਹੁਣ ਬਹੁਤ ਅਟੈਕ ਦੇ ਨਾਲ ਉਹੀ ਪੁਰਾਣਾ ਜਿਵੇਂ ਬੱਲੇਬਾਜ਼ ਦੁਆਰਾ ਆਉਂਦਾ, ਹੁਣ ਦੁਆਰਾ ਮਤਲਬ ਬੜੀ ਤੇਜ਼ੀ ਦੇ ਨਾਲ ਖੇਲਣਾ ਔਰ ਇਹ ਸਕੂਲ ਨੂੰ ਉਹੀ ਵਿਦਿਆ ਦੇ ਮਿਆਰ ਦਾ ਉੱਚਾ ਚੱਕਣਾ, ਜਿੱਦਾਂ ਤੁਸੀਂ ਗਰਲ ਸਕੂਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਬਾਘਾ ਪੁਰਾਣਾ ਵਿਖੇ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਪੋਜ਼ਿਟਿਵਿਟੀਆਂ ਜਿਹੜੀਆਂ ਹੋਈਆਂ ਔਰ ਇਹੀ ਚਾਹੁੰਦੇ ਹੋ ਕਿ ਇਸ ਸਕੂਲ ਦੇ ਵਿੱਚ ਵਿਦਿਆ ਦਾ ਦਾਨ ਜੋ ਜਗਤਾਰ ਜੀ ਸੋਚ ਕੇ ਲੈ ਕੇ ਆਏ ਤੁਹਾਨੂੰ ਉਹੀ ਕਰਾਂਗੇ। ਹਾਂਜੀ 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 ਜ਼ਰੂਰ, ਮੈਂ ਵੱਧ ਤੋਂ ਵੱਧ ਆਪਣਾ ਪੂਰੇ ਤਨਦੇਹੀ ਦੇ ਨਾਲ ਇਸ ਸਕੂਲ ਇਸ ਅਗਾਂਹ ਲਿਜਾਣ ਵਾਸਤੇ ਬਹੁਤ ਜ਼ਿਆਦਾ ਤਨ ਮਨ ਦੇ ਨਾਲ ਆਪਣਾ ਯੋਗਦਾਨ ਪਾਵਾਂਗਾ। ਔਰ ਕਾਉਂਸਲਿੰਗ ਕਰੋਗੇ ਟੀਚਰਸ ਨੂੰ ਵੀ, ਕਿਉਂਕਿ ਕੋਈ ਨਵੇਂ ਟੀਚਰਸ ਆਉਂਦੇ ਆ ਕਿ ਬੇਟਾ ਇਹ ਵਿਦਿਆ ਦਾ ਦਾਨ ਹੈ, ਆਪਾਂ ਇੱਕ ਵਾਰੀ ਜ਼ਿੰਦਗੀ ਮਿਲਣੀ ਆ, ਅਗਰ ਬੱਚਿਆਂ ਨੂੰ ਆਪਾਂ ਵਧੀਆ ਮਿਆਰੀ ਸਿੱਖਿਆ ਦੇਵਾਂਗੇ, ਉਹਨਾਂ ਨੂੰ ਨੈਤਿਕ ਸਿੱਖਿਆ ਦੇ ਨਾਲ ਜਿਸ ਦਾ ਅੱਜ ਕੱਲ੍ਹ ਬਾਹਰ ਜਾਣ ਦਾ ਬੱਚਿਆਂ ਦਾ ਮਾਈਂਡ ਹੈਗਾ, ਸਾਰੀਆਂ ਮਤਲਬ ਉਸ ਤਰੀਕੇ ਦੇ ਨਾਲ ਇੱਕ ਕ੍ਰੀਏਟਿਵਿਟੀ ਦਿਓਗੇ ਇੱਥੇ। ਹਾਂਜੀ ਹਾਂਜੀ, ਮੈਂ ਸਾਰੇ ਬੱਚਿਆਂ ਨੂੰ ਲਗਭਗ ਮੈਂ 9ਵੀਂ ਤੋਂ 12ਵੀਂ ਕਲਾਸ ਤੱਕ ਉਹਨਾਂ ਦੀ ਇੱਕ ਅੰਗਰੇਜ਼ੀ ਦੀ ਕਲਾਸ ਲਾਉਣਾ, ਉਹਨਾਂ ਨੂੰ ਟੈਂਸ ਵਗੈਰਾ ਜਾਂ ਜਿਹੜੀ ਗ੍ਰਾਮਰ ਵਗੈਰਾ ਉਹ ਵੀ ਉਹਨਾਂ ਨੂੰ ਸਿਖਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕਣ। ਜੇਕਰ ਉਹਨਾਂ ਨੇ ਬਾਹਰ ਜਾਣਾ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ, ਆਈਲੈਟਸ ਸੈਂਟਰ 'ਚ ਜਾਣ ਦੀ ਲੋੜ ਹੀ ਨਾ ਪਵੇ, ਬਸ ਇੱਥੋਂ ਸਿੱਧੇ ਪੜ੍ਹ ਕੇ ਆਪਣਾ ਪੇਪਰ ਦੇਣ ਤੇ ਬੈਂਡ ਸਕੋਰ ਕਰਨ ਅਤੇ ਦੇਸ਼ ਜਾਣ। Now we are talking to Sant Mia Singh Convent School's principal, who is very creative and serving here from a long time. Madam, welcome to our special show campus. Thank you, sir. I'm feeling very proud being a principal here. So I learned a lot from here. This school is running through a charitable trust, so which is guided by the Sardar Jagtar Singh Brar Rajana, and all the trustees are very helping hands. So we learned lot, and they also provide us many opportunities for the creativity of the students. So as we know, we are living in the scenario which is very advanced. So today parents and students seek too much novelty in educational field, so we always live to provide them the best education. ਮੈਡਮ ਜੇ ਆਪਾਂ ਗੱਲ ਕਰੀਏ ਅੱਜ ਦੇ ਬੱਚਿਆਂ ਦੀ, ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਤੁਸੀਂ ਇੱਕ ਨਈ ਕ੍ਰੀਏਟਿਵਿਟੀ ਔਰ ਨਏ ਈਰਾ ਦੇ ਨਾਲ ਜੋੜ ਰਹੇ ਹੋ। ਇੰਗਲਿਸ਼ ਸਪੀਕਿੰਗ ਦੀ ਗੱਲ ਕਰ ਲਈਏ ਤਾਂ ਬੱਚੇ ਬੜੇ ਫਲੂਐਂਟਲੀ ਬੋਲਣ ਲੱਗ ਗਏ ਆ, ਛੋਟੇ ਛੋਟੇ ਬੱਚੇ ਵੀ। ਕਿਵੇਂ ਤੁਸੀਂ ਪਹਿਲਾਂ ਤੋਂ ਉਹਨਾਂ ਦੀਆਂ ਨੀਹਾਂ ਦੇ ਵਿੱਚ ਜਿਹੜਾ ਹੈਗਾ ਤੇ ਜਿਹੜੀ ਹੈਗੀ ਆ ਵਾਈਟ ਸੀਮੈਂਟ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਨੀਹਾਂ ਦੇ ਵਿੱਚ ਹੀ ਤੁਸੀਂ ਉਹਨਾਂ ਨੂੰ ਸਟਾਰਟਿੰਗ ਤੋਂ ਉਹਨਾਂ ਦੀ ਜਿਹੜੀ ਹੈਗੀ ਆ ਬੋਨ ਨੂੰ ਇੰਨਾ ਜ਼ਿਆਦਾ ਕਰ ਰਹੇ ਹੋ ਮਜ਼ਬੂਤ? Actually, sir, this school is running on the basis of no profit, no loss. So we are getting help from Chairman Sardar Jagtar Singh Ji Brad and all the trustees. So we always lure to inculcate moral values among our students. So our students are very creative because we provide them the best education according to the scenario. ਮੈਡਮ ਅਗਰ ਆਪਾਂ ਗੱਲ ਕਰ ਲਈਏ ਕਿ ਇਹ ਕੈਂਪਸ ਜਿਹੜਾ ਹੈਗਾ ਕਨਵੈਂਟ ਸਕੂਲ ਹੈ ਔਰ ਕਿਸੇ ਵੀ ਤਰ੍ਹਾਂ ਕਿਸੇ ਵੱਡੇ ਸ਼ਹਿਰ 'ਚ, ਕਿਉਂਕਿ ਬੱਚੇ ਪਹਿਲਾਂ ਰਾਜਿਆਨੇ ਦੇ ਮੋਗੇ ਜਾਂਦੇ ਸੀਗੇ, ਕੋਟਕਪੂਰਾ ਜਾਂਦੇ ਸੀਗੇ, ਹੋਰ ਵੱਡੇ ਸ਼ਹਿਰਾਂ 'ਚ ਬਾਘਾ ਪੁਰਾਣਾ ਜਾਂਦੇ ਸੀਗੇ, ਲੇਕਿਨ ਤੁਸੀਂ ਉਸ ਚੀਜ਼ ਨੂੰ ਬਿਲਕੁਲ ਹੀ ਅੰਕੁਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਜਿੱਦਾਂ ਇੱਥੇ ਦਾ ਐਟਮੋਸਫੀਅਰ ਹੈ, ਇਨਫਰਾਸਟ੍ਰਕਚਰ ਹੈ, ਕੰਪਿਊਟਰਸ ਹੈ, ਐਕਟੀਵਿਟੀ ਲੈਬ ਹੈ, ਔਰ ਮਤਲਬ ਹਰੇਕ ਚੀਜ਼ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਇੱਥੇ ਦੇਣ ਦੀ ਕਿ ਜਿਹਦੇ ਨਾਲ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ। Yes, sir, absolutely. This school is very different in many ways because the atmosphere here is very airy and fresh. So we can say health is wealth. So for the
needs of the health of the students, we provide them activity period, so library period, because books are our good friend. So we have 4,000 books in our library. So we need to be creative nowadays, because creativity is our big weapon to fight the social customs which are traditional and ill effects for us. So that's why our staff members, our faculty is also working very hard at our strength. So we can say that the students are like little birds. So we want to be grow them as a flower. So when a flower is bloom, so it looks very pretty and beautiful also. So that's why we feel our students are, little kids are like birds. So we provide them the best facilities to grow them. So our main target is to develop the students morally, spiritually. So that's why we are inculcating moral values among students. We aim at the all-round development of the students. Thank you, madam. Thank you, sir. Being a principal, I'm feeling very proud here. I'm talking about the facilities which are provided to the students in this school. So as we know, we are living in the scenario which is very advanced, and parents, students and everybody lure to be developed as a good citizen, and everybody wants to novelty in educational field, educational system. So with the pace of time, we always lure to provide our students best opportunities regarding their growth and development. As we know, health is wealth. So we have a good atmosphere in school campus. Rooms are very ventilated and airy. Here is a computer lab which is well furnished. So we can say the music is the soul of our life. So I think students should guide how to play music instruments and how to be creative, because creative mind is the need of time in this scenario. So we always aim to foster creativity among our students. So the teachers, all staff members are very creative, and they aim at inculcate moral values among students, because nowadays days are the gone when moral values play significant role in our daily life. But now we need more and more developed as a morally or spiritually, because nowadays students and their parents sometimes feel lack of time to foster moral values among their children. Nowadays students are becoming mobile addicted due to
lockdown also, because online study was going through the time, but it was the need of time. So after the opening of the school, after reopening, we aim at providing best guidance to our students. So Sardar Keval Singh sir also supervising us in this field. So he is good person who is providing us guidance and counseling. Moreover, this school is running on the basis of the rule no profit, no loss. Sardar Jagtar Singh Brad Rajana and all the trustees always lure to provide best facilities to the students, to the staff members, and also the needy people. So being in a rural area, this school is making its best. So I wish our school progress by leaps and bounds. So God will help us in this field, because we are doing our best efforts with the help of managing committee and under the guidance of our manager Mrs. Shindrapal Kaur Brad and our supervisor Sardar Keval Singh ji. Or being a principal, I wish my students may progress by leaps and bounds. Thank you. My name is Mankiran Brad. I read in 10th class. I am student of Sant Miha Singh Rajapir Senior Secondary School. I was a new student last year. Being here, I was really comfortable, because here is a lot of comfortable environment and opportunities for our growth and development. Being a student of Sant Miha Singh Rajapir Senior Secondary School, I am proud of over here. Thank you. Hello everyone, I am Preet. In our school, every year festivals are celebrated here. We learn about our culture and customs through this celebration. So I am proud of being a student of Sant Miha Singh Rajapir Senior Secondary School. Thanks. Hello everyone, I am the student of Sant Miha Singh Rajapir Senior Secondary School Rajana. I love music, so school provide us a good opportunity by providing a music lab. I can play guitar, so I learn it from our music teacher. Hi everyone, my name is Kushmin Brar. I am studying in 8th standard. I am the student of Sant Miha Singh Rajapir Senior Secondary School. During COVID-19, we had to face many difficulties, but I am proud of my school, because our teachers gives us best education, and during online classes we learned a lot. Thanks.